Alberta Weekly sponsored by Lexus South Point and Wild Rose Garments and Silk Screening, Edmonton. ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਕੀ ਅਲਬਰਟਾ ਵੀਕਲੀ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਹੈ ਜੀ ਉਹ ਮੇਰੇ ਨਾਲ ਕਰਨ ਜਾ ਰਹੇ ਨੇ ਡਾਕਟਰ ਪ੍ਰਿਥਵੀ ਰਾਜ ਕਾਲੀਆ ਹੁਰੀ। ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਤੁਹਾਨੂੰ ਪਤਾ ਵੀ ਕੈਨੇਡਾ ਦੇ ਵਿੱਚ ਇਲੈਕਸ਼ਨ ਕਾਲ ਹੋ ਗਈ ਹੈ ਫੈਡਰਲ ਸਰਕਾਰ ਵੱਲੋਂ, ਔਰ ਹੁਣ ਜਿਹੜੀਆਂ ਜੀ ਉਹਦੀਆਂ ਸਰਗਰਮੀਆਂ ਚੱਲ ਰਹੀਆਂ ਨੇ। ਹਰ ਪਾਸੇ ਕੈਂਪੇਨ ਅਤੇ ਫੱਟੇ ਲੱਗੇ ਨਜ਼ਰ ਆਉਂਦੇ ਨੇ। ਉਹਦੇ ਬਾਰੇ ਅੱਜ ਗੱਲਬਾਤ ਕਰਦੇ ਹਾਂ ਵੀ ਇੱਕ ਪਾਸੇ ਤਾਂ ਕੋਵਿਡ-19 ਦਾ ਸਿਲਸਿਲਾ ਜਿਹੜਾ ਪੈਂਡੈਮਿਕ ਚੱਲ ਰਿਹਾ, ਔਰ ਵਿੱਚ ਹੀ ਇਹ ਇਲੈਕਸ਼ਨ ਵਾਲਾ ਕੰਮ ਜਿਹੜਾ ਜੀ ਸ਼ੁਰੂ ਹੋ ਗਿਆ। ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਡਾਕਟਰ ਕਾਲੀਆ ਸਾਹਿਬ ਨਾਲ। ਕਾਲੀਆ ਸਾਹਿਬ ਜੀ ਆਇਆਂ ਨੂੰ ਜੀ। ਬਹੁਤ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਵੀ ਜਿਹੜੀ ਫੈਡਰਲ ਇਲੈਕਸ਼ਨ ਕਾਲ ਕੀਤੀ ਹੈ ਜਸਟਿਨ ਟਰੂਡੋ ਹੋਰਾਂ ਨੇ, ਇਹ ਤੁਹਾਨੂੰ ਲੱਗਦਾ ਵੀ ਮਤਲਬ ਠੀਕ ਕਾਲ ਹੋਈ ਹੈ? ਨਹੀਂ, ਦੇਖੋ ਇਹਦੀ ਇੱਕ ਨਿਸ਼ਚਿਤ ਤਾਰੀਖ ਹੈਗੀ ਸੀ 16 ਅਕਤੂਬਰ 2023। ਇਹਨਾਂ ਮਿੱਥੀ ਹੋਈ ਹੈ ਇਹਨਾਂ ਨੇ ਕਿ ਬਈ ਹਰ 4 ਸਾਲ ਬਾਅਦ ਇਸ ਤਰ੍ਹਾਂ ਇਲੈਕਸ਼ਨ ਹੋਏਗੀ ਅਤੇ ਅਕਤੂਬਰ ਦਾ ਤੀਜਾ ਹਫਤਾ ਹੋਏਗਾ, ਜਿਹੜਾ ਸੰਡੇ ਜਾਂ ਮੰਡੇ ਕੀ ਹੈਗਾ ਜੀ, ਉਹ ਤੈਅ ਸੀ ਸਾਰਾ ਕੁਛ ਹੀ। ਜਦ ਉਸ ਤੈਅਸ਼ੁਦਾ ਤੋਂ ਤੁਸੀਂ ਹਟ ਕੇ 2 ਸਾਲ ਬਾਅਦ ਇਲੈਕਸ਼ਨ ਅਨਾਊਂਸ ਕਰਦੇ ਹੈ, ਉਹਦਾ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ। ਕੋਈ ਐਮਰਜੈਂਸੀ ਹੋ ਗਈ ਹੈ, ਜਾਂ ਕਿਸੇ ਮੁਲਕ ਨੇ ਤੁਹਾਡੇ 'ਤੇ ਹਮਲਾ ਕਰਤਾ, ਜਾਂ ਤੁਹਾਡੇ ਐਸਾ ਕੋਈ ਨੈਚੁਰਲ ਡਿਜ਼ਾਸਟਰ ਆ ਗਿਆ ਹੈ ਬਹੁਤ ਬੜਾ ਜੀ। ਐਸਾ ਕੁਛ ਵੀ ਨਹੀਂ ਹੋਇਆ। ਔਰ ਜੇ 2 ਸਾਲ ਦਾ ਟਾਈਮ ਦੇਖੀਏ ਤਾਂ ਜੋ ਟਰੂਡੋ ਕਰਨਾ ਚਾਹੁੰਦਾ ਸੀ, ਖਾਸ ਕਰ ਪਿਛਲੇ 20-22 ਮਹੀਨੇ, ਉਹਨੂੰ ਕਿਸੇ ਨੇ ਨਹੀਂ ਰੋਕਿਆ, ਬਲਕਿ ਉਹਨੂੰ ਸਪੋਰਟ ਦਿੱਤੀ ਪਾਰਲੀਮੈਂਟ 'ਚ ਜੀ। ਔਰ ਇਲੈਕਸ਼ਨ ਤਾਂ ਹੁਣ ਅਨਾਊਂਸ ਹੋਇਆ 16 ਤਾਰੀਖ ਨੂੰ। ਇਸ ਤੋਂ 3-4 ਸਾਲ ਪਹਿਲਾਂ, 3-4 ਦਿਨ ਪਹਿਲਾਂ, ਆਪਣੇ NDP ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਗਮੀਤ ਸਿੰਘ ਜੀ, ਉਹ ਜਾ ਕੇ ਗਵਰਨਰ ਜਨਰਲ ਨੂੰ ਮਿਲੇ, ਜਾਂ ਉਹਨਾਂ ਨੂੰ ਲੱਗਾ ਕਿ ਵੀ ਹੁਣ ਇਹ ਇਲੈਕਸ਼ਨ ਕਰਾਉਣ ਵਾਲਾ ਪ੍ਰਾਈਮ ਮਿਨਿਸਟਰ, ਅਤੇ ਉਹਨੇ ਜਾ ਕੇ ਉੱਥੇ ਆਸ਼ਵਾਸਨ ਦਿਲਾਇਆ ਕਿ ਵੀ ਤੁਸੀਂ ਯਕੀਨ ਰੱਖੋ, ਜਿਵੇਂ ਮੈਂ ਇਹਨਾਂ ਦਾ ਸਮਰਥਨ ਕਰਦਾ ਆ ਰਿਹਾ ਉਵੇਂ ਹੀ ਕਰਦਾ ਰਹਾਂਗਾ। ਅੱਛਾ। ਅਤੇ ਬਲਕਿ ਅਸੀਂ ਇਹਨਾਂ ਨੂੰ ਬਿਹਤਰ ਬਣਾਤਾ, ਅੱਗੇ ਨਾਲੋਂ ਜ਼ਿਆਦਾ ਪ੍ਰੋਗਰੈਸਿਵ ਬਣਾਤਾ ਪੋਲਿਸੀਜ਼ ਨੂੰ। ਜਿਹੜੀਆਂ ਲੋਕਾਂ ਦੇ ਹੱਕ ਦੀ ਪੋਲਿਸੀ ਸੀ, ਉਹਨਾਂ 'ਚ ਅਸੀਂ ਬਿਹਤਰੀ ਲਿਆਤੀ ਰਾਦਰ, ਅਤੇ ਅਸੀਂ ਉੱਥੇ ਹੀ ਖੜ੍ਹੇ ਰਹਾਂਗੇ ਅਤੇ ਇਲੈਕਸ਼ਨ ਦੀ ਕੋਈ ਐਸੀ ਲੋੜ ਨਹੀਂ ਹੈ ਜੀ। ਅਤੇ ਦੂਜੇ ਪਾਸੇ ਜਿਵੇਂ ਕਿ ਆਪਾਂ ਜਾਣਦੇ ਵੀ ਜਿਹੜਾ ਪੈਂਡੈਮਿਕ ਹੈ, ਹਾਲੇ ਲਾਸਟ ਵੀਕ ਹੀ ਜਿਹੜੀ ਕੈਨੇਡਾ ਦੀ ਉਹ ਹੈਗੀ ਹੈ ਚੀਫ ਮੈਡੀਕਲ ਅਫਸਰ ਡਾਕਟਰ ਟੈਮ ਜੀ, ਉਹਨੇ ਅਨਾਊਂਸ ਕੀਤਾ ਕਿ ਵੀ ਹੈਵ ਐਂਟਰਡ ਦਾ 4th ਸਟੇਜ, ਜਿਹੜੀ 4th ਵੇਵ ਆ ਉਹ 'ਚ ਅਸੀਂ ਐਂਟਰ ਹੋ ਗਏ ਹਾਂ ਜੀ। ਔਰ ਆਪਾਂ ਕੈਨੇਡਾ 'ਚ ਵੀ ਦੇਖ ਰਹੇ ਹਾਂ, ਅਲਬਰਟਾ 'ਚ ਵੀ ਦੇਖ ਰਹੇ ਕਿ ਕੇਸਿਸ ਵੱਧ ਰਹੇ ਲਗਾਤਾਰ ਜੀ। ਔਰ ਵੇਰੀਐਂਟ ਪਹਿਲੇ ਵੇਰੀਐਂਟ ਨਾਲੋਂ ਜ਼ਿਆਦਾ ਖਤਰਨਾਕ ਹੈ। ਹਾਂ, ਇੰਡੀਆ ਤੋਂ ਜਿਹੜਾ ਵੇਰੀਐਂਟ ਹੈ, ਕੀ ਨਾ ਉਸਦਾ, ਡੈਲਟਾ ਵੇਰੀਐਂਟ ਜੀ, ਉਹ ਕਹਿੰਦੇ 10 ਟਾਈਮਸ ਉਹਦੇ ਨਾਲੋਂ ਜ਼ਿਆਦਾ ਸਪਰੈਡ ਹੋ ਰਿਹਾ ਜੀ। ਲੇਕਿਨ ਐਟ ਦਾ ਸੇਮ ਟਾਈਮ 74% ਦੇ ਲਗਭਗ ਕੈਨੇਡਾ 'ਚ ਮਤਲਬ ਕਿ ਫੁੱਲੀ ਵੈਕਸੀਨੇਟਡ ਹੋ ਗਏ ਲੋਕ। ਔਰ ਅਲਬਰਟਾ 'ਚ ਵੀ ਅਰਾਊਂਡ 58-59% ਫੁੱਲੀ ਵੈਕਸੀਨੇਟਡ ਹੋ ਗਏ ਜੀ, ਅਤੇ 1 ਡੋਜ਼ ਵਾਲਾ ਉਹ ਵੀ 76-77% 'ਤੇ ਪਹੁੰਚ ਗਏ ਹੈ ਜੀ। ਅਤੇ ਐਟ ਦਾ ਸੇਮ ਟਾਈਮ ਜਿਹੜੀ ਮਾਲੀ ਹਾਲਤ ਹੈ ਮੁਲਕ ਦੀ, ਉਹ ਵੀ ਬਹੁਤ ਖਰਾਬ ਹੋਈ ਇਹਨਾਂ 1.5 ਸਾਲ ਦੇ ਅੰਦਰ ਜੀ। ਤੁਸੀਂ ਇਹ ਦੇਖੋ ਕਿ 1867 ਤੋਂ ਬਾਅਦ ਜਦੋਂ ਇੰਡੀਪੈਂਡੈਂਸ ਮਿਲੀ ਹੈ, ਉਸ ਤੋਂ ਬਾਅਦ 153 ਸਾਲ 2019 ਤੱਕ ਜੀ ਸਾਡੇ 'ਤੇ ਡੈਟ ਜਿਹੜਾ ਹੈਗਾ ਉਹ 7.4 ਬਿਲੀਅਨ ਸੀ। 700.4 ਬਿਲੀਅਨ ਜਿਹਨੂੰ ਆਪਾਂ ਕਹਿ ਸਕਦੇ ਉਹ ਸੀ। ਲੇਕਿਨ 1 ਸਾਲ ਦੇ ਅੰਦਰ 66% ਵੱਧ ਕੇ 1.2 ਟ੍ਰਿਲੀਅਨ ਤੱਕ ਪਹੁੰਚ ਗਿਆ ਹੈ ਜੀ। ਸੋ ਇੱਕ ਤਰਫ ਇਕੋਨਮੀ ਇੰਨੀ ਮਾੜੀ ਹੈ, ਅਤੇ ਜਿਹੜਾ ਐਸਟੀਮੇਟ ਲਗਾਇਆ ਇਲੈਕਸ਼ਨ ਕਮਿਸ਼ਨਰ ਨੇ 600 ਮਿਲੀਅਨ ਹੁਣ ਇਸ ਇਲੈਕਸ਼ਨ 'ਤੇ ਲੱਗ ਜਾਣਾ ਜੀ ਹੈ ਜੀ। ਅਤੇ ਇਹ ਸਾਰੇ ਕੁਛ ਨੂੰ ਦੇਖਦੇ ਹੋਏ ਅਤੇ ਇਲੈਕਸ਼ਨ ਤਾਂ ਬਿਲਕੁਲ ਵੀ ਜਾਇਜ਼ ਨਹੀਂ ਹੈ। ਅਤੇ ਇੱਥੇ ਮੈਂ ਇਹ ਸਮਝਦਾ ਵੀ ਗਵਰਨਰ ਨੂੰ ਰੂਟੀਨ 'ਚ ਇਹ ਨਹੀਂ ਹੈ ਕਿ ਗਵਰਨਰਸ ਨੇ ਪਹਿਲਾਂ ਕਦੀ ਇਹੋ ਜਿਹੇ ਡਿਸੀਜ਼ਨ ਨਹੀਂ ਲਿੱਤੇ। ਗਵਰਨਰ ਨੂੰ ਚਾਹੀਦਾ ਸੀ ਕਿ ਉਹ
ਇਸ ਚੀਜ਼ ਨੂੰ ਥੋੜ੍ਹਾ ਜਿਹਾ ਵਜ਼ਨ ਦੇ ਕੇ ਗੱਲ ਨੂੰ ਸੋਚ ਵਿਚਾਰ ਕਰਦੀ, ਲੇਕਿਨ ਲੱਗ ਹੀ ਰਿਹਾ ਸੀ ਵੀ ਹੁਣ ਤਾਂ 20 ਦਿਨ ਹੋਏ ਆ ਅਤੇ ਇਹਦੀ ਵਜ੍ਹਾ ਨਾਲ ਅਪਾਇੰਟ ਹੋਏ ਨੂੰ। ਅਤੇ ਉਹਨੂੰ ਚਾਹੀਦਾ ਸੀ ਕਿ ਕਿਉਂਕਿ ਪਾਰਲੀਮੈਂਟ 'ਚ ਇਸ ਵਕਤ ਆਪੋਜੀਸ਼ਨ ਪਾਸ 181 ਸੀਟਾਂ ਜੀ, ਇਹਦੇ ਕੋਲ 157 170 ਚਾਹੀਦੀਆਂ। ਆਮ ਤੌਰ 'ਤੇ ਕੌਂਸਟੀਟਿਊਸ਼ਨ ਇਹ ਐਡਵਾਈਸ ਕਰਦਾ ਹੈ ਕਿ ਗਵਰਨਰ ਆਪਣਾ ਅਧਿਕਾਰ ਇਸਤੇਮਾਲ ਕਰਕੇ ਉਹਨਾਂ ਨੂੰ ਚਾਂਸ ਦੇਵੇ ਆਪੋਜੀਸ਼ਨ ਦੂਸਰਿਆਂ ਨੂੰ। ਹਾਂ ਜੀ, ਵੀ ਠੀਕ ਹੈ, ਮੈਂ ਇਹਨਾਂ ਨੂੰ ਚਾਂਸ ਦਿੰਦੀ, ਜੇ ਇਹ ਬਣਾ ਸਕਦੇ ਆ ਸਕਸੈਸਫੁਲੀ ਦੈਨ ਇਜ਼ ਆਲ ਰਾਈਟ, ਵਰਨਾ ਪਾਰਲੀਮੈਂਟ ਭੰਗ ਹੋ ਜਾਏਗੀ। ਲੇਕਿਨ ਉਹਨੇ ਆਪਣਾ ਉਹ ਅਖਤਿਆਰ ਨਹੀਂ ਕੀਤਾ, ਆਪਣਾ ਜਿਹੜਾ ਅਧਿਕਾਰ ਸੀ ਉਹਨੂੰ ਯੂਜ਼ ਨਹੀਂ ਕੀਤਾ। ਜਦੋਂ ਕਿ ਕੈਨੇਡੀਅਨ ਜਿਹੜੀ ਹਿਸਟਰੀ ਹੈ, ਪੋਲੀਟੀਕਲ ਹਿਸਟਰੀ, ਅਤੇ 1926 ਦੇ ਵਿੱਚ ਆਪਣਾ ਮੈਕੈਂਜੀ ਕਿੰਗ ਸੀ, ਉਹਨੇ ਵੀ ਇਸ ਤਰ੍ਹਾਂ ਹੀ 2 ਸਾਲ ਬਾਅਦ ਹੀ ਇਲੈਕਸ਼ਨ ਕਰਨ ਵਾਸਤੇ ਕਿਹਾ ਸੀ, ਲੇਕਿਨ ਉਸ ਵਕਤ ਦੇ ਗਵਰਨਰ ਜਨਰਲ ਨੇ ਉਹਦੀ ਗੱਲ ਨਹੀਂ ਮੰਨੀ ਅਤੇ ਕੌਂਸਟੀਟਿਊਸ਼ਨਲ ਕ੍ਰਾਈਸਿਸ ਵੀ ਆਇਆ ਉਸ ਵਕਤ। ਅਤੇ ਹੁਣੇ ਆਪਾਂ ਜਾਣਦੇ ਕਿ 2017 'ਚ 3 ਸਾਲ ਪਹਿਲਾਂ ਇਹੀ ਗੱਲ BC 'ਚ ਵਾਪਰੀ ਹੈ ਜੀ, ਅਤੇ ਉੱਥੇ ਦੀ ਪ੍ਰੀਮੀਅਰ, ਹਾਂ, ਉਹਨੇ ਵੀ 8 ਹਫ਼ਤੇ ਬਾਅਦ ਹੀ ਪਹਿਲੀ ਇਲੈਕਸ਼ਨ ਤੋਂ ਉਹਨੇ ਕਿਹਾ ਵੀ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ, ਤਾਂ ਲੈਫਟੀਨੈਂਟ ਗਵਰਨਰ ਨੇ ਨਾ ਕਰਤੀ ਜੀ। ਤਾਂ ਇਹ ਰਿਸਪੌਂਸੀਬਿਲਟੀ ਉਹਨੂੰ ਨਿਭਾਉਣੀ ਚਾਹੀਦੀ ਸੀ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਓਵਰਆਲ ਹੀ ਜਿਹੜੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਹੈ ਉਹਨਾਂ ਦੀ ਜਿਹੜੀ ਚਮਕ ਦਮਕ ਸੀ ਉਹ ਕੁਝ ਹਲਕੀ ਪੈ ਰਹੀ ਹੈ। ਕੋਈ ਕਾਰਨ ਹੈ ਜੀ ਉਹਦਾ ਵੀ ਇੰਨੇ ਕਿਉਂ ਹਲਕੀ ਪੈ ਰਹੀ ਉਹਨਾਂ ਦੀ ਚਮਕ? ਇਸ ਦਾ ਇਹ ਹੈ ਕਿ 15-20 ਸਾਲ ਪਹਿਲਾਂ ਤੱਕ ਅਸੀਂ ਇਹ ਦੇਖਦੇ ਸੀ, ਬੇਸ਼ੱਕ ਲੈਫਟ ਹੈ, ਬੇਸ਼ੱਕ ਰਾਈਟ ਹੈ, ਬੇਸ਼ੱਕ ਸੈਂਟਰ ਹੈ, ਸੋਚ ਦੇ ਲਿਹਾਜ਼ ਨਾਲ ਉਹਨਾਂ 'ਚ ਇੱਕ ਮੋਰੈਲਿਟੀ, ਲੀਡਰ 'ਚ ਸਟੇਟਸਮੈਨਸ਼ਿਪ, ਆਈਡੀਓਲੋਜੀਕਲੀ ਸਟਰੋਂਗ, ਲੋਕਾਂ ਨਾਲ ਕਮਿਟਡ, ਪ੍ਰਿੰਸੀਪਲਡ ਗੱਲਬਾਤ ਹੁੰਦੀ ਸੀ। ਹੁਣ ਜਿਸ ਢੰਗ ਦੇ ਲੀਡਰਸ਼ਿਪ ਆ ਰਹੀ ਹੈ ਉਹਨਾਂ ਪਾਸ ਸਿਰਫ ਇਹੀ ਹੋ ਗਿਆ ਵੀ ਉਹ ਲੋਕਾਂ ਨੂੰ ਕਿਆ ਕੁਛ ਦੇਣਗੇ, ਲੋਕ ਵੀ ਵੇਟ ਕਰਦੇ, ਉਹਨਾਂ ਨੂੰ ਵੀ ਆਦਤ ਪੈ ਗਈ। ਹੁਣ ਟਰੂਡੋ ਨੇ ਵੀ ਇਲੈਕਸ਼ਨ ਅਨਾਊਂਸ ਕਰਨ ਤੋਂ 4 ਦਿਨ ਪਹਿਲਾਂ ਹੀ ਇੱਕ ਲੈਟਰ ਕਰਤਾ ਵੀ ਜਿਹੜੇ ਸੀਨੀਅਰਸ ਹੈ 75 ਦੇ ਉੱਪਰ 16 ਤਰੀਕ ਤੋਂ ਉਹਨਾਂ ਦੇ ਅਕਾਊਂਟ 'ਚ 500 ਆਉਣੇ ਹੁਣ ਪੈਣੇ ਸ਼ੁਰੂ ਹੋ ਜਾਣਗੇ। ਉਹ ਪੈ ਵੀ ਗਏ ਹੈ। ਅੱਛਾ ਜੀ। ਹਾਂ, ਮੈਂ ਵੀ ਉਹਨਾਂ 'ਚੋਂ ਇੱਕ ਹੈ। ਉਹ ਪੈ ਵੀ ਗਏ ਹੈ। ਨਾਲ ਹੀ ਉਹਨੇ ਕਰਤਾ ਕਿ ਅਗਲੇ ਸਾਲ ਜੁਲਾਈ 'ਚ ਇਹਨਾਂ ਦੀ ਪੈਨਸ਼ਨ 'ਚ 10% ਵੱਧ ਜੂਗਾ। ਇਹ ਵੀ ਬੰਨ੍ਹ ਕੇ ਰੱਖਤਾ ਵੀ ਜੇ ਮੈਨੂੰ ਹੁਣ ਜਿਤਾਉਂਗੇ ਬਈ ਤਾਂ ਹੀ ਇਹ ਕੰਮ ਹੋਣਾ ਹੈ ਜੀ। ਉਹ ਤਾਂ ਬੰਨੇ ਗਏ ਨਾ ਬਜ਼ੁਰਗ, ਦੇਖੋ। ਹਾਂ, ਅਤੇ ਨਾਲ ਹੀ ਕਰ ਛੱਡਿਆ ਵੀ ਇਹਨੂੰ ਹੁਣ ਜਸਟੀਫਾਈ ਕਿਸ ਤਰ੍ਹਾਂ ਕਰੇ। ਉਹਨੇ ਕਰਤਾ ਕਿ ਵੀ ਆਹ ਜਿਹੜੀ ਪੈਂਡੈਮਿਕ ਦੀ ਵਜ੍ਹਾ ਨਾਲ ਜਿਹੜੇ ਗੌਰਮੈਂਟ ਦੇ ਇੰਪਲੋਈ ਹੈ, ਫੈਡਰਲ ਗੌਰਮੈਂਟ ਦੇ, ਜਾਂ ਜਿਨ੍ਹਾਂ ਨੇ ਜਹਾਜ਼ 'ਤੇ ਯਾਤਰਾ ਕਰਨੀ ਹੈ ਜਾਂ ਰੇਲ 'ਚ ਯਾਤਰਾ ਕਰਨੀ ਹੈ, ਉਹਨਾਂ ਵਾਸਤੇ ਜਿਹੜਾ ਹੈ ਵੈਕਸੀਨੇਸ਼ਨ ਕੰਪਲਸਰੀ ਕਰਤਾ ਹੈ ਜੀ। ਅਤੇ ਹੁਣ ਜਿਸ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਆ ਉਹਨੇ ਕਿਹਾ ਵੀ ਅਸੀਂ ਨਹੀਂ ਇਹਨੂੰ ਅਪਰੂਵ ਨਹੀਂ ਕਰਦੇ। ਉਹ ਪਹਿਲਾਂ ਲੀਡਰ ਨੇ ਤਾਂ ਕਹਿ ਦਿੱਤਾ ਸੀਗਾ, ਨਹੀਂ, ਬਾਅਦ 'ਚੋਂ ਨੇ ਪਾਰਟੀ ਨੇ ਹੀ ਸਟੈਂਡ ਲਿਆ ਕਿ ਅਸੀਂ ਇਹ ਜ਼ਰੂਰ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਲਵਾਉਣ, ਲੇਕਿਨ ਅਸੀਂ ਕੰਪਲਸ਼ਨ ਦੇ ਹੱਕ 'ਚ ਨਹੀਂ ਹੈ। ਇਹ 'ਚ ਜਿਹੜਾ ਇੱਕ ਬੇਸਿਕ ਰਾਈਟਸ ਨੇ ਲੋਕਾਂ ਦੇ, ਉਹ ਉਹਨਾਂ 'ਤੇ ਅਟੈਕ ਹੁੰਦਾ। ਨਹੀਂ, ਹੁਣ ਦੂਸਰੇ ਪਾਸੇ ਆਪਾਂ ਜਦੋਂ ਦੇਖਦੇ ਹਾਂ ਡਾਕਟਰ ਸਾਹਿਬ ਵੀ ਆ ਜਿਹੜੀ ਕੱਲ੍ਹ ਦੀ ਆਪਣੇ ਅਲਬਰਟਾ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਜਿਹੜੇ ਮੈਜੋਰਿਟੀ ਲੋਕ ਕੇਸ ਉਹ ਆ ਜਿਹੜੇ ਅਨਵੈਕਸੀਨੇਟਡ ਨੇ, ਜਿਨ੍ਹਾਂ ਨੇ ਨਹੀਂ ਲਵਾਇਆ, ਔਰ ਉਹ ਫਿਰ ਗੱਲ ਵਧਾ ਰਿਹਾ ਗਾਂਹ ਤੋਂ ਗਾਂਹ। ਤੇ ਜੇ ਉਹਦੇ ਵਿੱਚ ਜੇ ਸਰਕਾਰ ਕਹਿੰਦੀ ਆ ਵੀ ਭਾਈ ਜੇ ਪਰਟੀਕੂਲਰ EMPLOYEES ਜਿਹੜੇ ਹੈਗੇ ਜੇ ਉਹਨਾਂ ਨੂੰ ਲਵਾਉਣਾ ਪੈਂਦਾ, ਤਾਂ ਮੇਰਾ ਖਿਆਲ ਹੈ ਵੀ ਉਹ ਹੋ ਜਾਣਾ ਚਾਹੀਦਾ। ਦੇਖੋ ਹੁਣ ਇਹ ਪਤਾ ਲੱਗ ਰਿਹਾ ਵੀ ਜਿਸ ਤਰ੍ਹਾਂ ਨੈਸ਼ਨਲ ਲੈਵਲ 'ਤੇ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਲੀਡਰ ਹੈ ਜੀ, ਉਹ ਸ਼ੁਰੂ ਜਦੋਂ ਇਲੈਕਟ ਹੋਇਆ ਲਾਸਟ ਈਅਰ, ਅਤੇ ਇਹ ਲੱਗਦਾ ਸੀ ਕਿ ਇਹ ਐਕਸਟ੍ਰੀਮ ਰਾਈਟ 'ਤੇ ਹੈ, ਇਹ ਹਾਰਪਰ ਤੋਂ ਵੀ ਅੱਗੇ ਲੱਗਿਆ ਵਾ, ਜ਼ਿਆਦਾ ਹੀ ਬਲਿਊ ਹੈ। ਲੇਕਿਨ ਜਿਸ ਕਿਸਮ ਦੀ ਉਹਨੇ ਹੁਣ ਆਪਣੀ ਪੋਲਿਸੀਜ਼ ਅਨਾਊਂਸ ਕੀਤੀਆਂ, ਚਲੋ ਸਾਹਮਣੇ ਉਹਨੇ ਇਹੀ ਰੱਖਿਆ ਪੁਆਇੰਟ ਕਿ ਵੀ ਇਨਵੈਸਟਮੈਂਟ बढ़े ਮਾਰਕੀਟ 'ਚ, ਪਰਚੇਜ਼ ਪਾਵਰ ਲੋਕਾਂ ਦੀ बढ़े, GST 'ਤੇ ਜਿਵੇਂ ਉਹਨੇ ਰਿਲੀਫ ਦੇ ਦਿੱਤੀ ਕਿ ਵੀ 6 ਮਹੀਨੇ GST ਨਹੀਂ ਲੱਗੂਗੀ ਵੀ ਤਾਂ ਕਿ ਲੋਕ ਆਪਣਾ ਖਰੀਦਣ ਅਤੇ ਮਾਰਕੀਟ 'ਚ ਪੈਸਾ ਆਵੇ ਜੀ ਹੈ ਜੀ। ਲੇਕਿਨ ਜਿਹੜਾ ਇੱਥੇ ਪ੍ਰੀਮੀਅਰ ਹੈ ਜਾਂ ਜਿਹੜੀ ਇੱਥੇ ਕੰਜ਼ਰਵੇਟਿਵ ਪਾਰਟੀ ਹੈ, ਉਹ ਤਾਂ ਬਹੁਤ ਹੀ ਜਿਹਨੂੰ ਕਹਿੰਦੇ ਤੁਸੀਂ ਬਈ ਬੈਕਵਰਡ ਹੋਣ ਤੱਕ ਪਹੁੰਚ ਗਈ ਉਹ 'ਤੇ ਹੈ ਜੀ। ਉਹ ਤਾਂ ਬਿਲਕੁਲ ਵੀ ਜਿਹਨੂੰ ਕਹਿੰਦੇ ਆ ਬਈ ਮਾਡਰਨ ਸੋਚ ਵਾਲੀ ਗੱਲ ਉਹ 'ਚ ਹੈ ਹੀ ਨਹੀਂ ਮੈਨੂੰ ਲੱਗਦੀ ਹੈ ਜੀ। ਆਪ ਲੈ ਰਹੇ ਹੈ ਉਹ, ਮਤਲਬ ਕਿ ਸਾਰੇ ਕੈਨੇਡਾ 'ਚ ਜਿਹੜੀ ਇੱਥੇ ਦੀ ਲੈਜਿਸਲੇਚਰ ਹੈ ਉਹਦਾ ਜਿਹੜਾ ਵੇਤਨ ਆ, ਉਹਦੀ ਜਿਹੜੀ ਤਨਖਾਹ ਹੈ, ਉਹਦੇ ਜਿਹੜੇ ਆਪਣੇ ਹੋਰ ਬੈਨੀਫਿਟਸ ਵਗੈਰਾ ਹੈਗੇ,
ਉਹ ਸਾਰੇ ਕੈਨੇਡਾ ਦੀ ਦੂਜੀ ਲੈਜਿਸਲੇਚਰਸ ਨਾਲੋਂ ਜ਼ਿਆਦਾ ਹੈ। ਔਰ ਉਹ ਜ਼ਿਆਦਾ ਵੀ 19-20 ਹਜ਼ਾਰ ਹੈ ਸਾਲ ਦੇ ਵਿੱਚ ਇੱਕ ਬੰਦੇ ਦੇ ਜਿਹੜੇ ਹੈ। ਔਰ ਉਹ 3% ਟੈਕਸ ਲਾਉਣਾ ਚਾਹੁੰਦਾ ਉਹਦੇ ਨਰਸਿਸ ਤੇ। ਨਹੀਂ ਜੀ, ਉਹਨਾਂ ਦੇ ਕਹਿੰਦਾ ਵੀ ਤਨਖਾਹਾਂ ਘਟਾ ਦਿਓ। ਹਾਂ, ਤਾਂ ਘਟਾ ਦਿਓ, ਉਹਨਾਂ ਦੀ ਘਟਾਉਣੀ ਚਾਹੁੰਦਾ। ਸੋ ਇੱਥੇ ਤਾਂ ਬਿਲਕੁਲ ਹੀ ਉਲਟ ਹੈਗਾ। ਅੱਛਾ, ਇਹ ਦੱਸੋ ਜਿਹੜੀ ਨਾ ਹੁਣ ਚਲੋ ਇਲੈਕਸ਼ਨ ਕਾਲ ਹੋ ਗਈ ਆ, ਠੀਕ ਆ, ਗਲਤ ਆ, ਪਰ ਹੋ ਗਈ ਆ, ਇਹਦੇ ਮੇਨ ਕਾਰਨ ਜਿਹੜੇ ਆ ਉਹ ਕੀ ਸੀਗੇ ਕਿ ਕਿਹੜੀ ਗੱਲ ਨੇ ਟ੍ਰਿਗਰ ਕਰ ਦਿੱਤਾ ਵੀ ਲਓ ਜੀ ਪਹਿਲਾਂ ਇਲੈਕਸ਼ਨ ਕਰਵਾ ਲਈਏ? ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਕੋਵਿਡ ਹੈ, ਇਹਨੇ ਲੋਕਾਂ ਨੂੰ ਮਤਲਬ ਕਿ ਵੇਜ ਸਬਸਿਡੀ, ਦੂਜਾ ਪੈਸਾ ਬਹੁਤ ਦਿੱਤਾ। ਜਿਹੜੀ ਤੁਸੀਂ ਗੱਲ ਕੀਤੀ 354 ਬਿਲੀਅਨ ਦੇਤਾ, ਡੈਟ ਜਿਹੜਾ ਵਧਿਆ ਉਹ ਇਸੇ ਕਰਕੇ 354 ਬਿਲੀਅਨ ਦੇਤਾ। ਤੇ ਉਹਨੂੰ ਇਹ ਪਤਾ ਹੈ ਕਿ ਵੀ ਆਹ ਤਾਜ਼ਾ ਹੈਗਾ, ਸਤੰਬਰ ਤੱਕ ਦਿੱਤਾ ਸੀ ਤੇ ਇਲੈਕਸ਼ਨ ਸਤੰਬਰ, ਉਹਨੂੰ ਅਕਤੂਬਰ ਤੱਕ ਵੀ ਵਧਾਤਾ। ਇਸ ਤੋਂ ਹੀ ਪਤਾ ਲੱਗਦਾ ਕਿ ਉਹਦੇ ਮਨ 'ਚ ਇਹੀ ਗੱਲ ਚੱਲ ਰਹੀ ਹੈ ਵੀ ਲੋਕ ਤਾਂ 2 ਮਹੀਨੇ ਬਾਅਦ ਭੁੱਲ ਜਾਂਦੇ ਆ, ਇਹਨੂੰ ਕੈਸ਼ ਕਰਾ ਲਈਏ। ਕਿਉਂਕਿ ਦੇਖੋ, ਜਦੋਂ 2015 'ਚ ਆਇਆ ਸੀ, ਉਹਦਾ ਇੱਕ ਫਰੈਸ਼ ਚਿਹਰਾ ਸੀ ਲੋਕਾਂ ਵਾਸਤੇ ਜੀ, ਇੱਕ ਯੰਗ ਸੀ, ਫਰੈਸ਼ ਚਿਹਰਾ ਸੀ ਵੀ ਇਹ ਬੰਦਾ ਇਮਾਨਦਾਰੀ ਨਾਲ ਕੰਮ ਕਰੂਗਾ, ਦੂਜਾ ਕਰੂਗਾ, ਤੇ ਲੋਕਾਂ ਨੇ ਪੂਰਾ ਸਾਥ ਦਿੱਤਾ ਤੇ ਸੀਟਾਂ ਵੀ 185 ਦੇ ਕਰੀਬ ਆ ਗਈਆਂ ਹੈ ਜੀ। ਲੇਕਿਨ ਉਸ ਤੋਂ ਬਾਅਦ SNC ਵੀ ਕਿੰਨੇ ਸਕੈਂਡਲ ਸੂੰਡਲ ਹੋਏ ਜੀ। ਤੇ ਇਹਦੀ ਫੋਟੋ ਵੀ ਉਹਨਾਂ ਨੇ 2019 ਦੇ ਇਲੈਕਸ਼ਨ 'ਚ ਇਹਦੇ ਬਲੈਕ ਬਲੂ ਫੇਸ ਵੀ ਦਿਖਾਏ, ਜਿਹੜੇ ਸੀ ਉਹ ਇਸ਼ੂਜ਼ ਵਗੈਰਾ ਸੀ ਉਹ ਵੀ ਦਿਖਾਏ। ਉਸ ਤੋਂ ਬਾਅਦ ਇਹ ਮਾਈਨੋਰਟੀ ਤੇ ਪਹੁੰਚ ਗਿਆ ਜੀ। ਇਹਨੂੰ ਪਤਾ ਸੀ ਵੀ ਹੁਣ ਮੇਰੇ ਕੋਲ ਕੋਈ ਖਾਸ ਹੈ ਨਹੀਂ, ਆਹ ਮੌਕਾ ਇਹਨੂੰ ਇਹ ਟਰਾਈ ਕਰ ਲਓ ਹੈ ਜੀ। ਜਿਹੜਾ ਆਪੋਜੀਸ਼ਨ ਕਹਿ ਰਹੀ ਹੈ ਕਿ ਬਿਲਕੁਲ ਸੈਲਫਿਸ਼ ਐਂਡਸ ਵਾਸਤੇ ਇਹ ਇਲੈਕਸ਼ਨ ਹੋ ਰਿਹਾ ਹੈ, ਤੁਸੀਂ ਮੈਨੂੰ ਇੱਕ ਵੀ ਕਾਰਨ ਦੱਸੋ ਵੀ ਇਹ 'ਚ ਪੋਜ਼ਿਟਿਵਿਟੀ ਕੀ ਹੈ? ਅੱਜ ਇਲੈਕਸ਼ਨ ਕਰਾਉਣ 'ਚ ਕੋਈ ਪੋਜ਼ਿਟਿਵਿਟੀ ਨਹੀਂ ਹੈ। ਤੇ ਹੁਣ ਫਿਰ ਦੇਖੋ, ਉਹਨਾਂ ਨੇ ਕਾਲ ਕਰ ਦਿੱਤੀ, ਜਿਹੜੀ ਗੱਲੋਂ ਤੁਸੀਂ ਕਹਿੰਦੇ ਵੀ ਉਹਨਾਂ ਦਾ ਮੇਨ ਮੰਤਵ ਉਹ ਸੀ, ਪਰ ਲੋਕਾਂ ਦੇ ਸਾਹਮਣੇ ਤਾਂ ਕੁਝ ਨਾ ਕੁਝ ਇਸ਼ੂਜ਼ ਤਾਂ ਦੱਸਦੇ ਹੋਣਗੇ ਵੀ ਆਹ ਇਸ਼ੂਜ਼ ਹੈਗੇ। ਹੁਣ ਤਿੰਨੇ ਪਾਰਟੀਆਂ ਕਿਹੜੇ ਇਸ਼ੂਜ਼ ਉਹਨਾਂ ਨੂੰ ਮਹੱਤਵਪੂਰਨ ਲੱਗਦੇ? ਜਿਹੜਾ 2 ਦਿਨ ਪਹਿਲਾਂ ਹੀ ਇਹਨਾਂ ਨੇ ਕਿਹਾ ਨਾ ਕਿ ਵੀ ਪੈਂਡੈਮਿਕ ਦਾ ਜਿਹੜਾ ਵੈਕਸੀਨੇਸ਼ਨ ਹੈ ਇਹ ਕੰਪਲਸਰੀ ਹੈ, ਦੂਜਾ ਹੈ। ਨਾਲ ਇਹ ਕਹਿਤਾ ਨਾ ਕਿ ਵੀ ਹੁਣ ਇਹ ਲੋਕ ਹੀ ਦੱਸਣਗੇ। ਨਾਲ ਇਹ ਕਹਤਾ ਵੀ ਇਹ ਵੀ ਨਾਲ ਕਿਹਾ ਕਿ ਤੁਸੀਂ ਹਾਲੇ ਹੋਰ ਦੇਖਣਾ ਕਿ ਕੰਪੇਨ ਦੇ ਦੌਰਾਨ ਮੈਂ ਕਿਆ ਦੇਣਾ ਹੈ। ਨਹੀਂ, ਮੇਰੀ ਗੱਲ ਸੁਣੋ, ਜੇ ਇਹ ਜਿਹੜੀ ਗੱਲ ਹੈਗੀ ਹੈ ਕਿਸੇ ਦੇ ਨਾਲ ਜਿਹੜਾ ਮਤਲਬ ਵੀ ਤੁਸੀਂ ਕੰਪਲਸਰੀ ਕਰ ਰਹੇ ਆ, ਮੈਂਡੇਟਰੀ ਆ ਵੀ ਤੁਹਾਨੂੰ ਹੋਣਾ, ਉਹਦੇ ਨਾਲ ਤਾਂ ਲੋਕ ਸਮਾਂ ਤੇ ਉਲਟ ਹੋਣਗੇ ਜੀ ਇਹਨਾਂ ਦੇ, ਜਿੱਦਾਂ ਦਾ ਆਪਾਂ ਦੇਖ ਰਹੇ। ਇਹਨੇ ਜੋ ਕਾਰਨ ਦੱਸਿਆ, ਇਹਨੇ ਤਾਂ ਕਾਰਨ ਇਹੀ ਦੱਸਿਆ ਕਿ ਵੀ ਲੋਕ ਇਹੀ ਦੱਸਣਗੇ ਵੀ ਮੈਂ ਇਹ ਠੀਕ ਕੀਤਾ। ਲੋਕ ਇਹ ਦੱਸਣਗੇ ਜਿਹੜੇ ਮੈਂ 354 ਕਰੋੜ ਬਿਲੀਅਨ ਲਗਾਇਆ ਉਹ ਮੈਂ ਠੀਕ ਕੀਤਾ, ਤੇ ਮੇਰਾ ਜਿਹੜਾ ਅੱਗੇ ਦਾ ਪ੍ਰੋਗਰਾਮ ਹੈ ਉਹ ਮੈਂ ਕੰਪੇਨ ਦੇ ਦਰਮਿਆਨ ਦੱਸੂਗਾ, ਮੈਂ ਹੋਰ ਕਿਆ ਲੋਕਾਂ ਨੂੰ ਫੈਸਿਲਿਟੀਜ਼ ਦਊਂਗਾ ਵੀ ਉਹਨਾਂ ਨੂੰ ਲੋਕ ਅਪਰੂਵ ਕਰਨਗੇ। ਇਹ ਬਣਾ ਲਿਆ, ਲੇਕਿਨ ਇਹ ਇਟਸ ਜਸਟ ਅ ਫਾਰਸ। ਇਹ ਕਿਵੇਂ ਝੂਠ ਹੀ ਲੱਗ ਰਿਹਾ, ਇਹ 'ਚ ਕੋਈ ਵਜ਼ਨ ਨਹੀਂ ਹੈ। ਜਦ ਇਹ ਸਾਰੀ ਚੀਜ਼ਾਂ ਕਰ ਰਿਹਾ ਸੀ, ਲੋਕਾਂ ਨੇ ਕੋਈ ਕੁਐਸਚਨ ਮਾਰਕ ਨਹੀਂ ਲਾਇਆ, ਤਾਂ ਇਹ ਹੁਣ ਕਿਹੜੇ ਕੁਐਸਚਨ ਮਾਰਕਸ ਦਾ ਜਵਾਬ ਮੰਗ ਰਿਹਾ? ਅਸਲ 'ਚ ਇਹ ਹੈ ਕਿ ਉਹਨੂੰ ਪਤਾ ਲੱਗ ਗਿਆ ਮੇਰੀ ਪੋਪੂਲੈਰਿਟੀ ਗਿਰ ਰਹੀ ਹੈ। 2015 2019 ਨਹੀਂ ਸੀ, 2023 2019 ਨਹੀਂ ਹੋਣਾ। ਹੀ ਨੋਜ਼ ਇਟ। ਇਸ ਕਰਕੇ ਉਹ ਇਲੈਕਸ਼ਨ 'ਚ ਜਾ ਰਿਹਾ। ਸੋ ਤੁਹਾਨੂੰ ਲੱਗਦਾ ਵੀ ਇੱਕ ਕਿਸਮ ਦੀ ਆਪਰਚੂਨਿਜ਼ਮ ਵਾਲੀ ਗੱਲ ਲੱਗਦੀ ਹੈ? ਬਿਲਕੁਲ, ਟੋਟਲੀ ਆਪਰਚੂਨਿਜ਼ਮ ਜੋ ਕਿ ਅੱਜ ਕੱਲ੍ਹ ਪੋਲੀਟਿਕਸ 'ਚ ਇੱਕ ਬੇਸਿਕ ਚੀਜ਼ ਹੋ ਗਈ ਹੈ। ਤੇ ਹੁਣ ਫਿਰ ਜਦੋਂ ਇਹ ਇਲੈਕਸ਼ਨ ਕਾਲ ਹੋ ਗਈ ਜੀ, ਹੁਣ ਵੱਖਰੀਆਂ ਪਾਰਟੀਆਂ, ਜਗਮੀਤ ਸਿੰਘ ਹੋਰੀ ਵੀ ਆਪਣੇ ਸ਼ਹਿਰ ਆਏ ਹੋਏ ਸੀਗੇ, ਕੈਂਪੇਨ ਹੋ ਰਹੀ ਆ, ਟਰੂਡੋ ਸਾਹਿਬ ਵੈਨਕੂਵਰ ਗਏ ਸੀਗੇ, ਇਸੇ ਤਰ੍ਹਾਂ ਐਰੋਨ ਓਟੂਲ ਵੱਖਰੇ ਸ਼ਹਿਰਾਂ ਵਿੱਚ ਸੀ। ਇਹ ਹੁਣ ਲੋਕਾਂ ਨੂੰ ਕੀ ਲੋਲੀਪੌਪ ਦੇ ਰਹੀਆਂ ਜੀ? ਨਹੀਂ, ਦੇਖੋ, ਖਾਸ ਕਰ ਮੈਂ ਜਗਮੀਤ ਸਿੰਘ ਦੀ ਗੱਲ ਕਰਦਾ। ਜਗਮੀਤ ਸਿੰਘ ਜਦੋਂ ਆਇਆ 2017 'ਚ ਆਇਆ ਮੇਰੇ ਖਿਆਲ ਹੈ, 2 ਸਾਲ ਤੱਕ ਤਾਂ ਉਹਦਾ ਪੈਰ ਨਹੀਂ ਜਮੇ, ਕਿਉਂਕਿ ਜਿਹੜੀ ਐਸਟੈਬਲਿਸ਼ਡ ਲੀਡਰਸ਼ਿਪ ਸੀ ਪਾਰਟੀ 'ਚ ਉਹ ਉਸ ਕੰਟੈਸਟ 'ਚ ਉਹਦੇ ਪਿੱਛੇ ਰਹਿ ਗਏ। ਤੇ ਜਗਮੀਤ ਸਿੰਘ ਕੋਈ NDP ਦਾ ਆਲ ਓਵਰ ਕੈਨੇਡਾ ਕੋਈ ਉਸ ਤੋਂ ਪਹਿਲਾਂ ਕੋਈ ਪ੍ਰਭਾਵ ਵਾਲਾ ਲੀਡਰ ਨਹੀਂ ਸੀ। ਲੇਕਿਨ ਜਿਹਨੂੰ ਕਿ ਅੱਜ ਤੋਂ ਕਈ ਸਾਲ ਪਹਿਲਾਂ CBC ਨੇ ਕਿਹਾ ਸੀ ਕਿ ਆਵਰ ਮੈਨੂਫੈਕਚਰ, ਸਾਡੀ ਕਮਿਊਨਿਟੀ ਜਿਹੜੇ ਸ਼ਹਿਰ 'ਚ ਹੈਗੀ ਸੀ, ਟੋਟਲ ਵੋਟ 51,000 ਪਿਆ ਉਸ ਵਕਤ ਜਦੋਂ ਇਹ ਲੀਡਰ ਬਣਿਆ ਜੀ। ਤੇ ਉਹ 'ਚੋਂ 35,000 ਵੋਟ ਜਿਹੜਾ ਸੀ ਉਹ ਸਾਡੀ ਕਮਿਊਨਿਟੀ ਦਾ ਸੀ ਜੀ, 6 ਸ਼ਹਿਰਾਂ 'ਚੋਂ, ਜੋ ਉਹਨਾਂ ਨੇ ਬਾਅਦ 'ਚ ਕਾਊਂਟਿੰਗ ਕੀਤੀ ਹੈ। ਠੀਕ। ਜਿਹੜੇ ਟੌਪ ਦੇ 4 ਲੀਡਰ ਸੀ
ਉਹ ਸਾਰੀ 3-4 ਹਜ਼ਾਰ 'ਚ ਸਿਮਟ ਕੇ ਰਹਿ ਗਏ। ਸੋ ਤੁਹਾਡਾ ਉਹਦੇ ਨਾਲ ਥੋੜਾ ਜਿਹਾ ਕੈਡਰ ਨੂੰ ਹੈਰਾਨੀ ਜੀ ਵੀ ਹੋਈ, ਲੇਕਿਨ ਵਿਦ ਦੀ ਟਾਈਮ ਮੈਨੂੰ ਲੱਗਦਾ ਹੈ ਆਫਟਰ 2 ਇਅਰਸ 2019 ਦੇ ਨੇੜੇ ਆਂਦੇ ਆਂਦੇ ਇਹਨੇ ਪਿਕਅਪ ਜ਼ਰੂਰ ਕੀਤਾ। ਲੇਕਿਨ ਇਸ ਤੋਂ ਪਹਿਲਾਂ ਕਿਉਂਕਿ ਐਨਡੀਪੀ ਨੇ ਵੀ ਓਪਰਚੁਨਿਟੀਜ਼ਮ ਬਹੁਤ ਜ਼ਬਰਦਸਤ ਕੀਤੀ ਸੀ। 2011 'ਚ ਉਹਨਾਂ ਦੀ ਪਹਿਲੀ ਵਾਰ 103 ਸੀਟਾਂ ਆਈਆਂ, ਨਾਲ ਹੀ ਉਹਨਾਂ ਨੇ ਕਨਵੈਨਸ਼ਨ ਬੁਲਾ ਕੇ 2013 'ਚ ਜਿਹੜਾ ਸੀ ਆਪਣਾ ਸੋਸ਼ਲਿਜ਼ਮ ਦਾ ਸ਼ਬਦ ਹੀ ਉਹ 'ਚੋਂ ਕੱਢਤਾ। ਕਹਿੰਦੇ ਇਹ ਲਫ਼ਜ਼ ਦੀ ਵਜ੍ਹਾ ਨਾਲ ਹੀ ਅਸੀਂ ਰਹਿ ਗਏ, ਨਹੀਂ ਤਾਂ ਅਸੀਂ 170 ਤੇ ਪਹੁੰਚੇ ਪਏ ਜਾਣਾ ਸੀਗਾ। ਹਾਂਜੀ ਹਾਂ, ਉਹਦੇ ਨਾਲ ਪਾਰਟੀ 'ਚ ਕਾਫੀ ਗੜਬੜ ਹੋ ਗਈ। ਇੱਕ ਵਾਰ ਖੜਾ ਵੀ ਹੋ ਗਿਆ ਉਹਨਾਂ ਦੇ ਖਿਲਾਫ ਜਦੋਂ ਕਨਵੈਨਸ਼ਨ ਇੱਥੇ ਐਡਮਿੰਟਨ ਹੋਈ ਹੈ ਜੀ, ਤਾਂ ਕਾਫੀ ਗੜਬੜ ਜੀ ਹੋਈ। ਤੇ ਹੁਣ ਇਸ ਤਰ੍ਹਾਂ ਹੈਗਾ ਕਿ ਇਹਨੇ ਵੀ ਇੱਕ ਦੋ ਬੜੀ ਨਈ ਗੱਲਾਂ ਕੀਤੀਆਂ ਜਿਹੜੇ ਕਿ ਕਮਿਟਡ, ਹਾਲਾਂਕਿ ਇਜ਼ ਏ ਐਂਟੀ ਮਾਰਕਸਿਸਟ ਪਾਰਟੀ, ਐਨਡੀਪੀ ਕੋਈ ਮਾਰਕਸਿਸਟ ਪਾਰਟੀ ਨਹੀਂ ਹੈ, ਸੋਸ਼ਲ ਪ੍ਰੋਗਰਾਮਸ ਹੈ ਉਹਨਾਂ ਕੋਲ, ਦੈਟਸ ਆਲ। ਤੇ ਇਹਨੇ ਕੀਤਾ ਇਹ ਕਿ ਬਈ ਜਿਨ੍ਹਾਂ ਦੀ ਇਨਕਮ 10 ਮਿਲੀਅਨ ਤੋਂ ਜ਼ਿਆਦਾ ਹੈ ਉਹਨਾਂ ਦੇ ਉੱਤੇ 1% ਟੈਕਸ ਲੱਗੂਗਾ। ਜੇ ਮੈਂ ਆ ਗਿਆ, ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ, ਆਂਦੇ ਇਹ ਲਾਗੂ ਕਰ ਦੂੰਗਾ। ਤੇ ਇਹਦੇ ਨਾਲ $3 ਟ੍ਰਿਲੀਅਨ ਸਾਲ ਤੇ ਆਉਣਗੇ ਐਕਸਟਰਾ। 10 ਮਿਲੀਅਨ ਵਾਲੇ ਤੇ ਵਧਾ ਕੇ 1%, ਕਿਉਂਕਿ 1% ਲੋਕ ਜਿਹੜੇ ਹੈ ਉਹਨਾਂ ਪਾ ਕੈਨੇਡਾ ਦਾ ਜਿਹੜਾ ਵੈਲਥ ਹੈ ਉਹ 26% ਹੈ। 1% ਕੈਨੇਡੀਅਨਸ ਕੋਲ 26% ਕੈਨੇਡਾ ਦੀ ਵੈਲਥ ਹੈ। ਉਹਨਾਂ ਦੇ ਉੱਤੇ ਅਗਰ 1% ਟੈਕਸ ਲੱਗਦਾ ਤਾਂ ਉਹ ਕਹਿੰਦਾ 3 ਟ੍ਰਿਲੀਅਨ ਇੱਕ ਸਾਲ 'ਚ ਆਊਗਾ। ਉਸ ਤੋਂ ਬਾਅਦ ਉਹ ਕਹਿੰਦਾ ਵੀ 2,10,000 ਜਿਹਦੀ ਇਨਕਮ ਹੈਗੀ ਸਾਲ ਦੀ, ਉਹਦੇ ਉੱਤੇ 35% ਟੈਕਸ ਲੱਗੂਗਾ। ਉਹਨਾਂ ਦਾ 1% ਉਹਨਾਂ ਦੇ ਐਡੀਸ਼ਨ 'ਚ ਹੈ ਉਹ, ਜਿਹੜਾ ਆਲਰੇਡੀ ਕਾਰਪੋਰੇਟ ਤੇ ਜਾਂ ਸੁਪਰ ਰਿਚ ਤੇ ਲੱਗਦਾ। ਤੇ ਫਿਰ ਉਸਨੇ ਕਿਹਾ ਕਿ ਜਿੰਨੀ ਵੀ ਇਹਨੇ ਵੈਲਫੇਅਰ ਸਕੀਮ ਚਲਾਈਆਂ ਜਾਂ ਵੇਜ ਸਬਸਿਡੀ ਚਲਾਈਆਂ ਉਹ ਕਾਇਮ ਰਹਿਣਗੀਆਂ। ਅੱਛਾ, ਜਿਹੜੀਆਂ ਲਿਬਰਲ ਪਾਰਟੀ ਦੀਆਂ ਉਹ ਕਾਇਮ ਰਹਿਣਗੀਆਂ। ਤੇ ਦੂਸਰਾ ਇਹ ਕਿ ਜਿਹੜਾ ਇਮੀਗ੍ਰੇਸ਼ਨ ਹੈ ਉਹਦੇ ਤੇ ਮੈਂ ਨੰਬਰ ਵਧਾਊਂਗਾ, ਨੰਬਰ ਜ਼ਿਆਦਾ ਕਰਾਂਗਾ। 2019 ਤੋਂ ਬਾਅਦ ਲਿਬਰਲ ਵੀ ਨੰਬਰ ਜ਼ਿਆਦਾ ਕਰ ਰਹੀ ਸੀ, ਲੇਕਿਨ ਲਿਬਰਲ ਵਾਲੇ ਕੰਜ਼ਰਵੇਟਿਵ ਵੀ ਕਹਿੰਦੇ ਵੀ ਅਸੀਂ ਵੀ ਇਹਨਾਂ ਦੇ ਨਾਲ ਹੀ ਹਾਂ ਇਸ ਮਾਮਲੇ 'ਚ। ਕਿਉਂਕਿ ਜਿਹੜਾ ਜਿਹਨੂੰ ਕਹਿੰਦੇ ਆਪਾਂ ਵਿਜ਼ੀਬਲ ਮਾਈਨੋਰਿਟੀ ਹੈ ਨਾ, ਉਹ 26-27% ਹੋ ਗਈ ਹੁਣ ਕੈਨੇਡਾ 'ਚ। ਉਹਦਾ ਜਿਹੜਾ ਵੋਟ ਹੈ ਉਹ 6-7 ਸ਼ਹਿਰਾਂ 'ਚ ਹੈ, ਔਰ ਉਹ ਜਿਹੜਾ ਸੀਟਾਂ ਬਣਦੀਆਂ ਉਹ ਲਗਭਗ 160-170 ਦੇ ਕਰੀਬ ਬਣ ਜਾਂਦੀਆਂ ਸ਼ਹਿਰਾਂ ਵਾਲੀ ਸੀਟਾਂ ਜਿਹੜੀ ਹੈ, ਛੋਟੇ ਸ਼ਹਿਰ ਬੜੇ ਸ਼ਹਿਰ ਮਿਲਾ ਕੇ ਜੀ। ਤੇ ਉਹਨਾਂ 'ਚ ਇੱਕ ਕਾਊਂਟ ਕਰਦੇ ਆ 27% ਜਿਹੜੇ ਹੈ ਇਹ ਉਹਨਾਂ ਸ਼ਹਿਰਾਂ 'ਚ ਹੀ ਹੈ। ਹੁਣ ਇਸ ਵਕਤ ਪਾਰਲੀਮੈਂਟ 'ਚ 51 ਮੈਂਬਰ ਪਾਰਲੀਮੈਂਟ ਮਾਈਨੋਰਿਟੀ ਕਮਿਊਨਿਟੀ ਦੇ ਹੈ। ਠੀਕ ਹੈ। ਜਦੋਂ ਕਿ 1956 'ਚ ਪਹਿਲੀ ਵਾਰ ਚਾਈਨੀਜ਼ ਇੱਕ ਪਹਿਲਾ ਬੰਦਾ ਬਣਿਆ ਸੀ ਉਹ ਮੈਂਬਰ ਪਾਰਲੀਮੈਂਟ ਜੀ, ਤੇ ਸਾਡੇ 'ਚ ਬੰਦੇ ਜਾ ਕੇ ਬਣੇ 1993 'ਚ 3 ਬੰਦੇ ਬਣੇ। ਤੇ 2011 ਤੱਕ ਤਾਂ ਅਸੀਂ ਵੀ 10, 12, 18 ਹੀ ਟੋਟਲ ਬਣਾਏ ਸੀ। ਹੁਣ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ 39 ਹੋ ਚੁੱਕੇ हैं। ਹੁਣ ਅਸੀਂ ਲਗਾਤਾਰ 19 ਔਰ 15 'ਚ 20 ਮੈਂਬਰ ਪਾਰਲੀਮੈਂਟ ਹੈ, ਜਿਸ 'ਚ 18 ਤਾਂ ਪੰਜਾਬੀ ਔਰ 4 ਮੰਤਰੀ ਹੈ ਜੀ। ਸੋ ਸਾਰਿਆਂ ਦੀ ਨਿਗਾਹ ਉਸ ਵੋਟ ਬੈਂਕ ਤੇ ਲੱਗੀ ਹੋਈ ਹੈ, ਉਹਨਾਂ ਨੂੰ ਅਪੀਸ ਕਰਨ ਤੇ। ਮਤਲਬ ਉਹ ਇਮੀਗ੍ਰੇਸ਼ਨ ਵਾਲੇ ਨੰਬਰ ਵੱਧ ਰਹੇ, ਇਸ ਲਈ ਇਮੀਗ੍ਰੇਸ਼ਨ ਦੇ ਨੰਬਰ ਵੱਧ ਰਹੇ। ਵੈਸੇ ਜੇ ਦੇਖਿਆ ਜਾਵੇ ਇਮੀਗ੍ਰੇਸ਼ਨ ਲਈ ਮੈਨੂੰ ਲੱਗਦਾ ਜੀ ਵੀ ਕੰਮ ਕਰਨ ਲਈ ਬੰਦੇ ਵੀ ਚਾਹੀਦੇ ਆ। ਨਾ ਉਹ ਇਹਨਾਂ ਦੀ ਜ਼ਰੂਰਤ ਹੈਗੀ, ਲੇਕਿਨ ਉੱਥੇ ਵੀ ਥੋੜ੍ਹਾ ਜਿਹਾ ਡਿਫਰੈਂਸ ਹੈ। ਜਦੋਂ ਆਪਣੇ ਕੈਨੀ ਸਾਹਿਬ ਸੀ ਉੱਥੇ ਇਮੀਗ੍ਰੇਸ਼ਨ ਮੰਤਰੀ ਸੀ, ਉਦੋਂ ਦੇ ਜੇ ਤੁਸੀਂ ਸਾਲ ਦੇਖੋਗੇ ਜ਼ਿਆਦਾ ਪਰਸੈਂਟੇਜ ਯੂਰਪੀਅਨ ਲੋਕਾਂ ਦੀ ਆਈ ਵੀ ਹੈ। ਲੇਕਿਨ ਜਦੋਂ ਵੀ ਆਪਣਾ ਲਿਬਰਲ ਆਉਂਦਾ ਹੈ ਤਾਂ ਏਸ਼ੀਆ 'ਚੋਂ ਜ਼ਿਆਦਾ ਇਮੀਗ੍ਰੈਂਟ ਆ ਰਹੇ ਹੈ। ਹੁਣ ਇਸ ਵਕਤ ਇੰਡੀਆ ਨੰਬਰ 1 ਤੇ ਹੈ, ਫਿਰ ਚਾਈਨਾ ਵਗੈਰਾ। ਵੈਸੇ ਮੈਨੂੰ ਲੱਗਦਾ ਜੀ ਵੀ ਇਹ ਨਹੀਂ ਵੀ ਉੱਥੋਂ ਲੋਕ ਜ਼ਿਆਦਾ ਆ ਰਹੇ ਜਾਂ ਦੂਸਰੇ ਪਾਸਿਓਂ ਲਿਆਉਣਾ ਨਹੀਂ ਚਾਹੁੰਦੇ, ਉਹ ਜਿਹੜੇ ਦੂਸਰੇ ਦੇਸ਼ ਹੈ ਜੀ ਉਹ ਆਉਣਾ ਨਹੀਂ ਚਾਹੁੰਦੇ। ਆਹੋ, ਇਹ ਵੀ ਉੱਧਰੋਂ ਘਟ ਗਿਆ ਬਹੁਤ ਲੋਕਾਂ ਦਾ ਆਉਣਾ ਜਾਣਾ, ਕਿਉਂਕਿ ਉਹਨਾਂ ਦੀਆਂ ਆਪਣੀਆਂ ਇਕੋਨਮੀਜ਼ ਪਿਕ ਕਰ ਗਈਆਂ। ਦੂਸਰਾ ਜਿੱਥੇ ਲੋਕ ਮੇਰਾ ਖਿਆਲ ਉਹ ਰਹਿੰਦੇ ਆ ਨਾ ਜੀ, ਉਹਨਾਂ ਨੂੰ ਉਹ ਆਪਣਾ ਇਲਾਕਾ ਹੀ ਵਧੀਆ ਲੱਗਦਾ। ਕਦੇ ਸਮਾਂ ਸੀ ਜਦੋਂ ਆਪਾਂ ਦੇਖਦੇ ਹਾਂ ਵੀ ਇਟਾਲੀਅਨਾਂ ਦੀ ਬਹੁਤ ਵੱਡੀ ਗਿਣਤੀ ਆਈ, ਯੂਕਰੇਨ ਤੋਂ ਆਏ, ਪਰ ਹੁਣ ਉਹ ਲੋਕ ਉੱਥੋਂ ਉਨੇ ਨਹੀਂ ਆ ਰਹੇ। ਬਿਲਕੁਲ। ਲੇਕਿਨ ਸਾਡੇ ਇੰਡੀਆ 'ਚ ਇਸ ਵਕਤ ਪੜ੍ਹੇ ਲਿਖੇ ਦੀ ਜਿਹੜੀ ਹੈ ਨਾ ਬੇਕਾਰੀ ਬਹੁਤ ਜ਼ਿਆਦਾ। ਮਤਲਬ ਕਿ ਜੇ ਗੌਰਮੈਂਟ ਹਰ ਸਾਲ 2 ਕਰੋੜ ਨਈ ਜੌਬਸ ਕੱਢੇ ਤਾਂ ਉਹ ਐਡਜਸਟ ਹੁੰਦੇ ਆ। ਉਹ ਕਹਿ ਤਾਂ ਦਿੰਦੇ ਆ ਵੈਸੇ, ਨਾ ਕਹਿ ਤਾਂ ਬਹੁਤ ਦੇਰ ਤੋਂ ਰਹੇ ਹੈ, ਪਰ
ਕਹਿਣ ਨੂੰ ਕੀ ਹੈ, ਕਹੀ ਜਾਓ, ਰੋਜ਼ ਕੁਛ ਨਾ ਕੁਛ ਕਹਦੇ ਹੋ ਤੁਸੀਂ। ਅੱਛਾ ਯਾ ਅੱਛਾ, ਇਹ ਹੁਣ ਦੇਖੋ ਜਿਹੜੀ ਇਲੈਕਸ਼ਨ ਆ, ਇਹ ਤੁਹਾਨੂੰ ਪਤਾ ਜੀ ਲੜੀ ਤਾਂ ਮਾਇਆ ਨਾਲ ਹੀ ਜਾਂਦੀ ਆ। ਮਾਇਆ ਦਾ ਤਾਂ ਮੈਂ ਤੁਹਾਨੂੰ ਦੱਸਦਾ, ਹੁਣੀ 22 ਜੁਲਾਈ ਨੂੰ ਇਹਨਾਂ ਦੀ ਜਿਹੜੀ ਇਹਨਾਂ ਨੇ ਆਪਣੀਆਂ ਰਿਪੋਰਟ ਕਰਦੇ ਆ, ਰਿਟਰਨਾਂ ਭਰਦੇ ਆ, ਉਹਦੇ ਹਿਸਾਬ ਨਾਲ ਜਿਹੜੀ ਇਹਨਾਂ ਦੀਆਂ ਕੌਂਸਟੀਚੁਐਂਸੀ ਦੀ ਐਸੋਸੀਏਸ਼ਨਸ ਹੈ, ਉਹਨਾਂ ਦੀ ਜਿਹੜੀ ਐਵਰੇਜ ਪੈਸੇ ਆ ਉਹਨਾਂ ਕੋਲ, ਕੰਜ਼ਰਵੇਟਿਵ ਕੋਲ ਸਭ ਤੋਂ ਜ਼ਿਆਦਾ ਹੈ। ਅੱਛਾ, ਉਹਨਾਂ ਦੀ ਐਵਰੇਜ ਕੌਂਸਟੀਚੁਐਂਸੀ 'ਚ $61,000 ਹੈ। ਵਾਓ। ਉਸ ਤੋਂ $25,000 ਘੱਟ $36,000 ਲਿਬਰਲ ਦੀ ਕੌਂਸਟੀਚੁਐਂਸੀ ਐਸੋਸੀਏਸ਼ਨਸ ਕੋਲ ਹੈ। ਹਰੇਕ ਜਿਹੜੀ ਐਸੋਸੀਏਸ਼ਨ ਆ। ਹਾਂ ਜੀ, ਹਾਂ, ਐਵਰੇਜ Constituency ਗੱਡੀ ਉਹਦੀ। ਅੱਛਾ, ਹਾਂ, ਹਰੇਕ ਦੀ ਕੀਤੀ ਨਾ 338 ਦੀ। ਠੀਕ 300 ਹੁਣ ਤਾਂ ਇਸ ਤਰ੍ਹਾਂ ਤੇ ਇੱਕ ਕਿਆ ਹੁੰਦਾ, ਲਿਬਰਲ ਦੀ MP ਹੈ, ਆਪਣੇ ਇੰਡੀਅਨ ਹੈ, ਪੰਜਾਬਣ ਹੈ, ਉਹਦੀ ਸਭ ਤੋਂ ਜ਼ਿਆਦਾ, ਉਹ ਤਾਂ 2,10,000 ਹੈ ਉਹਦੀ ਕੌਂਸਟੀਚੁਐਂਸੀ ਆਪਣਾ ਟੋਰਾਂਟੋ 'ਚ। ਰੂਬੀ ਸਹੋਤਾ ਤਾਂ ਨਹੀਂ? ਨਹੀਂ, ਉਹ ਨਹੀਂ ਹੈ, ਹੋਰ ਹੈ, ਆਨੰਦ ਜਾਂ ਕੀ ਹੈਗੀ ਇਸ ਤਰ੍ਹਾਂ। ਅੱਛਾ, ਉਹ ਹੈਗੇ ਜੀ ਆਪਣੇ ਓਕਵਿਲ ਤੋਂ। ਹਾਂ, ਓਕਵਿਲ ਜਿਹੜੀ ਮਿਨਿਸਟਰ ਆ। ਹਾਂ, ਮਿਨਿਸਟਰ, ਉਹਦੇ 2,10,000 ਹੈ। ਅੱਛਾ, ਇਸ ਤਰ੍ਹਾਂ ਹੀ ਕੰਜ਼ਰਵੇਟਿਵ ਦਾ ਇੱਕ MP ਹੈ ਟੋਰਾਂਟੋ ਤੋਂ, ਉਹਦੀ 3,51,000। ਪ੍ਰਾਈਮ ਮਿਨਿਸਟਰ ਦੀ 81 ਹੈ, ਤੇ ਆਪਣੀ ਜਗਮੀਤ ਸਿੰਘ ਦੀ 61 ਹੈ, 61,000 ਹੈ। ਠੀਕ ਹੈ। ਤੇ ਲੇਕਿਨ ਫਿਰ ਅੱਗੇ NDP ਜਿਹੜੀ ਹੈ ਉਹਦੀ 19,000 ਹੈ ਐਵਰੇਜ। ਠੀਕ। ਉਸ ਤੋਂ ਬਾਅਦ ਆ ਜਾਂਦੇ ਆਪਣੇ ਇਹ ਗ੍ਰੀਨ ਜਾਂ ਦੂਜੇ, ਉਹ 6-7,000 ਤੇ ਹੀ ਹੈ। ਠੀਕ ਹੋਏ। ਸੋ ਪੈਸੇ ਦੀ ਇਹਨਾਂ ਨੂੰ ਕਮੀ ਨਹੀਂ ਹੈ, ਪੈਸਾ ਇਹਨਾਂ ਕੋਲ ਬਹੁਤ ਹੈ। ਸੋ ਇਹਦਾ ਮਤਲਬ ਹੈ ਵੀ ਜਿਹੜੀਆਂ ਪਾਰਟੀਆਂ ਕੋ ਅਕਸਰ ਆਪਾਂ ਦੇਖਦੇ ਹਾਂ ਵੀ ਪੈਸਾ, ਉਹ ਖੇਡ ਅਖੀਰ ਨੂੰ ਪੈਸੇ ਦੀ ਬਣ ਜਾਂਦੀ। ਐਵੇਂ ਲੋਕਾਂ ਨੂੰ ਭੁਲੇਖਾ ਜਿਹਾ ਹੀ ਆ ਵੀ ਡੈਮੋਕ੍ਰੇਸੀ ਫॉर द ਪੀਪਲ, ਬਾਈ ਦ ਪੀਪਲ, ਆਫ ਦ ਪੀਪਲ। ਫਾਰ ਤੱਕ ਕਦਾ ਖਤਮ ਹੋ ਚੁੱਕਾ ਜੀ। ਅੱਛਾ ਜੀ, ਇਹ ਤਾਂ ਡੈਮੋਕ੍ਰੇਸੀ ਇਹਨਾਂ ਵਾਸਤੇ ਹੀ ਹੈ। ਇੱਥੇ ਵੀ ਇਹ ਭੁਲੇਖਾ ਖਤਮ ਹੈ ਨਾ? ਭੁਲੇਖ ਲੋਕ ਜਾਣਦੇ ਹੀ ਆ, ਭੁਲੇਖਾ ਤਾਂ ਖਤਮ ਹੀ ਹੈ। ਤੁਸੀਂ ਇਹ ਦੇਖਿਓ ਕਿ ਅੱਜ ਤਰੀਕ ਹੈਗੀ ਕਿੰਨੀ ਹੈ ਜੀ? ਅੱਜ 19। ਹਾਂਜੀ। ਹੋਰ 10-12 ਦਿਨ ਨੂੰ 30 ਤਰੀਕ ਤੱਕ ਥੋੜੀ ਜਿਹੀ ਪਿਕਚਰ ਕਲੀਅਰ ਹੋਣ ਲੱਗਣੀ ਹੈ। ਤਾਂ ਉਸ ਵਕਤ ਜਿਹੜਾ ਕਾਰਪੋਰੇਟ ਹੈ ਉਹਨੇ ਦੇਖ ਲੈਣਾ ਹੁਣ ਆਹ ਘੋੜਾ ਤੇਜ਼ ਦੌੜੂਗਾ, ਉਸ 'ਤੇ ਪੈਸਾ ਲੱਗ ਜਾਣਾ। 2015 ਦੀ ਇਲੈਕਸ਼ਨ ਵੀ ਆਪਾਂ ਇਸ ਤਰ੍ਹਾਂ ਦੇਖੀ, 19 ਦੀ ਵੀ ਦੇਖੀ ਹੈ ਜੀ। ਜਿਸ ਢੰਗ ਨਾਲ ਕੰਜ਼ਰਵੇਟਿਵ ਵੀ ਹੁਣ ਆਪਣੀ ਪਾਲਿਸੀਜ਼ ਲੈ ਕੇ ਆਈ ਹੈ ਨਾ ਜੀ, ਕਿ ਬਿਜ਼ਨਸਮੈਨ ਨੂੰ 2 ਲੱਖ ਦੇ ਉੱਤੇ, ਹਾਂਜੀ 2 ਲੱਖ ਦੇ ਉੱਤੇ ਕੋਈ ਵਿਆਜ ਨਹੀਂ ਲੱਗੂਗਾ, ਕੋਈ ਟੈਕਸ ਨਹੀਂ ਲੱਗੂਗਾ, ਜਿਹੜਾ ਉਧਾਰ ਲਊਗਾ ਉਹ। ਜੀ ਜੀ। ਤੇ ਫਿਰ ਉਹਨੇ ਕਿਹਾ ਕਿ ਜਦ ਤੁਸੀਂ ਜੌਬ ਦਿਓਗੇ ਜੌਬਲੈਸ ਬੰਦੇ ਨੂੰ, ਤਾਂ 6 ਮਹੀਨੇ ਉਹਦੀ ਹਾਫ ਪੇਮੈਂਟ ਗਵਰਨਮੈਂਟ ਕਰੂਗੀ, ਹੈ ਜੀ। ਤੇ ਸਾਰੀਆਂ ਜਿਹੜੀ ਵੈਲਫੇਅਰ ਦੀ ਸਕੀਮਾਂ ਇਹ ਕਾਇਮ ਰਹਿਣਗੀਆਂ। ਤਾਂ ਹੁਣ ਤਾਂ ਪੋਲੀਟੀਕਲ ਪਾਰਟੀਆਂ ਦਾ ਪਲੇਟਫਾਰਮ ਵੀ ਅਲੱਗ-ਅਲੱਗ ਕਰਨਾ ਬਹੁਤ ਮੁਸ਼ਕਿਲ ਹੋ ਗਿਆ। ਅੱਗੇ ਕਹਿੰਦੇ ਸੀ ਨਾ ਆਹ ਲੈਫਟ 'ਤੇ ਖੜਾ, ਆਹ ਰਾਈਟ 'ਤੇ ਖੜਾ, ਹੁਣ ਤਾਂ ਸਾਰੀ ਚੌਂਕ 'ਚ ਖੜੇ, ਦਰਮਿਆਨ 'ਚ ਖੜੇ ਹੈ। ਹੁਣ ਤਾਂ ਪਹਿਚਾਨਣੇ ਮੁਸ਼ਕਿਲ ਹੋ ਰਹੇ ਹਨ। ਕਾਲੀਆ ਸਾਹਿਬ, ਆਪਾਂ ਜਦੋਂ ਕਈ ਵਾਰੀ ਪਿਛਲੇ ਮੁਲਕ ਦੀ ਗੱਲ ਕਰਦੇ ਹਾਂ ਵੀ ਲੋਕਾਂ ਨੂੰ ਉੱਥੇ ਉਹ 2 ਕਿਲੋ ਆਟਾ ਚੌਲ ਤੇ ਲਾ ਛੱਡਿਆ। ਹਾਂਜੀ ਹਾਂਜੀ। ਮਤਲਬ ਇੱਕ ਕਿਸਮ ਦਾ ਉਸੇ 'ਤੇ ਡਿਪੈਂਡੈਂਟ ਹੋ ਗਏ ਲੋਕ ਵੀ ਸਾਨੂੰ ਆਹ ਚੀਜ਼ ਮਿਲੇ। ਇਹ ਤੁਹਾਨੂੰ ਲੱਗਦਾ ਨਹੀਂ ਵੀ ਆਹ ਜਿਹੜੀਆਂ ਦੇਖੋ ਲੋੜ ਵੇਲੇ ਜ਼ਰੂਰੀ ਆ ਉਹ ਗੱਲਾਂ ਕਰਨੀਆਂ, ਹੈ ਨਾ? ਕੋਈ ਆਪਦਾ ਆ ਗਈ ਫਿਰ ਠੀਕ ਹੈ, ਅਦਰਵਾਈਜ਼ ਇਹ ਪੈਸਾ ਜਿਹੜਾ ਹੈਗਾ, ਜਿਵੇਂ ਇੰਡੀਆ 'ਚ ਤਾਂ ਬਹੁਤ ਜ਼ਿਆਦਾ ਹੋ ਰਿਹਾ ਇਸ ਤਰ੍ਹਾਂ ਵੀ ਕਰੋੜੋਂ ਐਂ ਦਿੱਤਾ ਜਾ ਰਿਹਾ ਜੀ, ਉਹ ਇਨਫਰਾਸਟ੍ਰਕਚਰ 'ਚ ਇਨਵੈਸਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਪਰਮਾਨੈਂਟ ਜੌਬ ਮਿਲੇ। ਜੀ ਜੀ। ਲੋਕ ਇੱਕ ਰੈਗੂਲਰ ਜੌਬ ਕਰਨ ਔਰ ਮੁਲਕ ਦੀ ਡਿਵੈਲਪमेंट ਹੋਵੇ। लेकिन ਹੁਣ ਤਾਂ ज़्यादा हमने जी किसानों को 11 करोड़ आज दे दिया, 600 इनके खाते में चला गया, फलाना हो गया, ਇਹ 'ਚ ਕੁਛ ਨਹੀਂ ਬਣਦਾ। ਤੁਸੀਂ ਪੱਕਾ ਜਿਵੇਂ ਅਮਰੀਕਾ 'ਚ ਹੈ, ਜਾਂ ਤਾਂ ਤੁਸੀਂ ਕਹੋ ਵੀ ਤੁਹਾਡੀ ਖੇਤੀਬਾੜੀ ਦਾ ਜਿੰਨੀ ਵੀ ਖਾਦ ਹੈ ਜਾਂ ਪਾਣੀ ਹੈ, ਇਹਦਾ ਖਰਚਾ ਗਵਰਨਮੈਂਟ ਇੰਨੀ ਲਿਮਟ ਤੱਕ ਗਵਰਨਮੈਂਟ ਦੇਗੀ। ਹੁਣ ਦਿੱਲੀ 'ਚ ਕਿਆ ਹੋ ਰਿਹਾ, ਜਿਵੇਂ ਕੇਜਰੀਵਾਲ ਆਇਆ, ਜਸਟ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਲੋ ਜੀ ਇਤਨਾ ਪਾਣੀ ਮੁਫਤ, ਇਤਨਾ ਉਹ ਮੁਫਤ। ਹੁਣ ਪਿਛਲੇ 6 ਸਾਲ ਤੋਂ ਜ਼ਿਆਦਾ ਹੋਇਆ, ਨਾ ਕੋਈ ਸੜਕ ਬਣ ਰਹੀ, ਨਾ ਕੋਈ ਨया ਪੁਲ ਬਣ ਰਿਹਾ, ਨਾ ਫਲਾਈਓਵਰ ਬਣ ਰਿਹਾ। ਤੁਸੀਂ ਇਨਵੈਸਟ ਨਹੀਂ ਕਰ ਸਕਦੇ, ਤੁਸੀਂ ਉਸੇ 'ਚ ਪੈਸਾ ਲਾਈ ਜਾਂਦੇ ਹੋ। ਮੁਫਤ ਦੇਣਾ ਪੈ ਰਿਹਾ ਲੋਕਾਂ ਨੂੰ, ਤੁਸੀਂ ਮੁਫਤ ਖੋਰੀ 'ਚ ਪਾ ਰਹੇ ਹੋ, ਉਹਨਾਂ ਨੂੰ ਤੁਸੀਂ ਜੌਬ ਕ੍ਰੀਏਟ ਕਰੋ ਇਨਵੈਸਟ ਕਰਕੇ ਇਨਫਰਾਸਟ੍ਰਕਚਰ 'ਚ। ਅੱਛਾ, ਤੁਸੀਂ ਇੱਕ ਗੱਲ ਕੀਤੀ ਸੀ ਪਹਿਲਾਂ, ਥੋੜ੍ਹੀ ਜਿਹੀ ਹਿੰਟ ਦਿੱਤਾ ਸੀ, ਉਹਦੇ ਥੋੜ੍ਹਾ ਜਿਹਾ ਐਗਜ਼ਾਮਪਲ ਦਿਓ ਵੀ ਤੁਸੀਂ ਕਿਹਾ ਵੀ ਇੱਥੇ ਜਿਹੜੇ ਇੰਸਟੀਟਿਊਸ਼ਨਸ ਹੈਗੇ ਆ, ਇਹ 20 ਸਾਲਾਂ ਤੋਂ ਖੋਰਾ ਲੱਗ ਰਿਹਾ ਉਹਨਾਂ ਨੂੰ, ਉਹਨਾਂ ਦੀ ਜਿਹੜੀ ਦੇਖਿਆ ਉਹ ਜਾਂਦੀ ਰਹੀ ਹੈ। ਉਹ ਕੋਈ ਐਗਜ਼ਾਮਪਲ, ਕੋਈ ਉਦਾਹਰਨ ਦਿਓਗੇ ਵੀ ਕਿਵੇਂ ਉਹ ਖੋਰਾ ਲੱਗ ਰਿਹਾ, ਅਤੇ ਉਹ ਇੰਸਟੀਟਿਊਸ਼ਨਸ ਦੀ ਜਿਹੜੀ ਪਹਿਲਾਂ ਵਾਲੀ ਦਿੱਖ ਸੀਗੀ
ਜਿਹਦੇ ਤੇ ਲੋਕ ਮਾਣ ਕਰਦੇ ਵੀ ਲਓ ਜੀ ਜਿਹੜੇ ਆਪਣੇ ਕੀ ਉਹਨੂੰ ਕਹਿੰਦੇ MP ਜਾਂ MLA ਸੀਗੇ ਵੀ ਬੜੇ ਸਿਧਾਂਤਕ ਸੀਗੇ ਬੰਦੇ ਵੀ ਜੇ ਉਹਨਾਂ ਦੇ ਉਹ ਸਿਧਾਂਤ ਨਾਲ ਜੁੜੇ। ਹੁਣ ਉਹ ਤੁਸੀਂ ਕਿਹਾ ਵੀ ਉਹ ਸਿਧਾਂਤਕ ਵਾਲੀ ਗੱਲ ਤਾਂ ਪਿੱਛੇ ਹਟ ਗਈ, ਹੋਰ ਕਿਹੜੀਆਂ ਗੱਲਾਂ ਹੈਗੀਆਂ ਜਿਹਦਾ ਕਰਕੇ ਉਹ ਸਾਰਾ ਕੰਮ ਖਤਮ ਹੋ ਰਿਹਾ? ਨਹੀਂ, ਡੇ ਟੂ ਡੇ ਪ੍ਰੋਸੈਸ 'ਚ ਆਪਾਂ ਦੇਖਦੇ ਹਾਂ, ਜਿਵੇਂ ਨੋਮੀਨੇਸ਼ਨਸ ਦਾ ਪ੍ਰੋਸੈਸ ਹੈ ਤੇ ਜਿਹੜਾ ਲੀਡਰ ਹੈ ਅਸੀਂ ਸਾਨੂੰ ਲੱਗਦਾ ਤਾਂ ਹੈ ਕਿ ਨੋਮੀਨੇਸ਼ਨ ਹੋ ਰਹੀ ਹੈ। ਲੇਕਿਨ ਮੈਂ ਇੱਕ ਪਾਰਟੀ ਦਾ ਐਸਾ ਜਾਣਦਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਾਰਟੀ ਦਾ, ਹਾਂਜੀ, ਤੇ ਈਵਨ ਬੰਦਾ ਅਗਰ ਜਿੱਤ ਵੀ ਗਿਆ ਨੋਮੀਨੇਸ਼ਨ ਦਾ ਤਾਂ ਲੀਡਰ ਨੇ ਦੇਖਣਾ ਹੈ ਕਿ ਇਹਨੂੰ ਮੈਂ ਕਰਨਾ ਹੈ ਕਿ ਨਹੀਂ। ਇਹਦਾ ਕੰਸਰਨ ਫਿਲਿਸਤੀਨ ਨਾਲ ਹੈ ਜਾਂ ਜੂਸ ਵਾਲੇ ਉਹਨਾਂ ਦੇ ਹੱਕ 'ਚ ਹੈ ਜਾਂ ਉਹਦੇ ਹੱਕ 'ਚ ਹੈ, ਇਹ ਚੀਜ਼ਾਂ ਤੋਲੀਆਂ ਜਾਂਦੀਆਂ। ਹਾਂਜੀ, ਬਲਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਫੇਥ ਹੈ ਨਾ, ਇੱਕ ਤਾਂ ਉਹ ਵਿੱਚ ਘੁਸ ਗਿਆ। ਸਰਕਾਰਾਂ ਨੂੰ ਇਹ ਪਤਾ ਲੱਗ ਗਿਆ ਵੀ ਫੇਥ ਦੇ ਹਿਸਾਬ ਦੇ ਨਾਲ ਜਿਹੜੇ ਗਰੁੱਪਸ ਹੈ ਵੋਟ ਦਿੰਦੇ ਆ। ਆਸਤਾ ਆਸਤਾ ਸਾਡੇ ਏਸ਼ੀਅਨ ਕੰਟਰੀ 'ਚ ਨਹੀਂ, ਇਹਨਾਂ ਕੰਟਰੀ 'ਚ ਵੀ ਉਹ ਦਖਲ ਸ਼ੁਰੂ ਹੋ ਗਿਆ। ਜਿਨ੍ਹਾਂ ਗੱਲਾਂ ਕਰਕੇ ਉਹਨਾਂ ਕੰਟਰੀ ਦੇ ਵਿੱਚ ਬੇੜਾ ਗਰਕ ਹੋਇਆ ਸੀ। ਹਾਂ, ਉੱਥੇ ਦਾ ਹੋ ਗਿਆ ਨਾ, ਉੱਥੇ ਤਾਂ ਤਬਾਹੀ ਆ ਗਈ। ਲੇਕਿਨ ਇੱਥੇ ਹੁਣ ਦਿਖਣ ਜਾ ਲੱਗ ਗਿਆ ਹੈ। ਤੇ ਦੂਸਰਾ, ਆਪਾਂ ਪਿਛਲੇ ਦੇਖੋ ਹਾਰਪਰ ਨੂੰ ਦੇਖ ਰਹੇ ਹਾਂ ਜਾਂ ਇਹਨੂੰ ਹੁਣ ਟਰੂਡੋ ਨੂੰ ਦੇਖ ਰਹੇ ਸੀ, ਲੋਕ ਕਿੰਨੇ ਚਾਅ ਦੇ ਨਾਲ ਇਹਨਾਂ ਨੂੰ ਲਿਆਉਂਦੇ ਆ। ਲੇਕਿਨ ਇਹ ਕਿਉਂਕਿ ਸਾਨੂੰ ਤਾਂ ਜੀ ਫ੍ਰੀ ਪਾਵਰ ਚਾਹੀਦੀਆਂ, ਜਿਸ ਤਰ੍ਹਾਂ ਟਰੂਡੋ ਨੇ ਵੀ ਪਿੱਛੇ 2020 ਮਾਰਚ 'ਚ ਕਿਹਾ ਕਿ ਮੈਨੂੰ ਤਾਂ ਜੀ ਸਵੀਪਿੰਗ ਪਾਵਰ ਚਾਹੀਦੀਆਂ। ਵੀ ਤੂੰ ਇਹ ਕਹਿੰਦਾ 40 ਮਿਲੀਅਨ ਦਾ ਕੰਟਰੀ ਹੈਗਾ ਤੇ ਤੈਨੂੰ ਕਿਉਂ ਸਵੀਪਿੰਗ ਪਾਵਰ ਚਾਹੀਦੀਆਂ ਬਈ? ਹੈਂ, 4 ਕਰੋੜ ਲੋਕ ਹੈ, ਤੂੰ ਉਹਨਾਂ ਨੂੰ ਰਿਪਰੈਜ਼ੈਂਟ ਤਾਂ ਠੀਕ ਹੈ ਕਰ ਰਹੇ ਹੈ, ਤੈਨੂੰ ਕਿਉਂ ਚਾਹੀਦੀਆਂ? ਮਤਲਬ ਕਿ ਇੰਸਟੀਟਿਊਸ਼ਨ ਆਸਤਾ ਆਸਤਾ ਗਿਰ ਰਹੇ ਹੈ। ਹੁਣ ਇਹ ਇਲੈਕਸ਼ਨ ਵੀ ਜਿਹੜਾ ਹੈਗਾ ਇਹ ਵੀ ਕਿਸਮ ਦਾ ਝਟਕਾ ਹੀ ਦੇ ਰਿਹਾ ਸਾਰੇ ਡੈਮੋਕ੍ਰੈਟਿਕ ਸਿਸਟਮ ਨੂੰ। ਚਲੋ ਹੁਣ ਇੱਦਾਂ ਵੀ ਆਪਾਂ ਜਿਵੇਂ ਤੁਸੀਂ ਦੱਸਿਆ ਹੋਰ 10-15 ਦਿਨਾਂ ਨੂੰ ਫੇਰ ਇਕੱਠੇ ਹੋਵਾਂਗੇ ਜਦ ਤਾਈਂ ਹੋਰ ਥੋੜ੍ਹੀ ਇੱਕ ਮੈਂ ਤੁਹਾਨੂੰ 2 ਮਿੰਟ ਗੱਲ ਦੱਸਣੀ ਚਾਹੁੰਦਾ ਕਿ ਪਰਸੋਂ ਹੀ ਹਲੇ ਆ ਜਿਹੜਾ ਨੋਵਾ ਸਕੋਸ਼ੀਆ ਹੈ, ਉੱਥੇ ਲਿਬਰਲ ਗਵਰਨਮੈਂਟ ਸੀ ਜੀ, ਉੱਥੇ ਕੰਜ਼ਰਵੇਟਿਵ ਜਿੱਤ ਗਏ ਜੀ। ਉਹਦੇ ਨਾਲ ਪਿਛਲੇ 2 ਦਿਨ 'ਚ ਹੀ ਉਹਦਾ ਰਿਜ਼ਲਟ ਆਉਣ ਤੋਂ ਬਾਅਦ ਆਪਣਾ ਲਿਬਰਲ ਪਾਰਟੀ 1-2 ਪੁਆਇੰਟ ਥੱਲੇ ਚਲੇ ਗਈ ਜੀ। ਇੱਕ ਇੰਪ੍ਰੈਸ਼ਨ ਬਣਦਾ ਪਾਪੂਲਰ ਵੋਟ ਦੀ। ਹਾਂ, ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਦੋਂ ਤੁਹਾਡੇ ਪਾਸ ਕੋਈ ਵੀ ਕੰਮ ਕਰਨ ਦਾ ਕੋਈ ਪੁਖਤਾ ਰੀਜ਼ਨ ਨਹੀਂ ਹੁੰਦਾ ਤਾਂ ਰਿਜ਼ਲਟ ਜਿਹੜਾ ਹੈਗਾ ਉਹ ਜ਼ਰੂਰੀ ਨਹੀਂ ਹੈ ਜੋ ਤੁਸੀਂ ਚਾਹੁੰਦੇ ਉਹੀ ਆਵੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਵਧੀਆ ਜੀ। ਅਗਲੀ ਗੱਲਬਾਤ ਫੇਰ ਕਰਾਂਗੇ। ਥੈਂਕ ਯੂ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Alberta Weekly sponsored by Lexus South Point and Wild Rose Garments and Silk Screening, Edmonton। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।